ਹੈਲੋ ਸਟੂਡੈਂਟਸ, ਅੱਜ ਅਸੀਂ ਮੈਨੇਜਰੀਅਲ ਇਕਨੋਮਿਕਸ ਦਾ ਪਹਿਲਾ ਲਾਅ ਆਫ ਡਿਮਿਨਿਸ਼ਿੰਗ ਮਾਰਜਨ ਯੂਟਿਲਿਟੀ ਕਰਾਂਗੇ। ਲਾਅ ਆਫ ਡਿਮਿਨਿਸ਼ਿੰਗ ਮਾਰਜਨ ਯੂਟਿਲਿਟੀ, ਇਹ ਤੁਹਾਨੂੰ ਇਸ ਤੋਂ ਕਲੀਅਰ ਹੋਏਗਾ ਕਿ ਕਿਸ ਤਰ੍ਹਾਂ ਸਾਡੀ ਯੂਟਿਲਿਟੀ ਡਿਕਰੀਜ਼ ਹੁੰਦੀ ਹੈ। ਵਾਟ ਇਜ਼ ਮਾਰਜਨ ਯੂਟਿਲਿਟੀ, ਵਾਟ ਇਜ਼ ਯੂਟਿਲਿਟੀ, ਅਤੇ ਘਟਨਾ ਕੀ ਹੁੰਦਾ ਹੈ ਮਾਰਜਨ ਯੂਟਿਲਿਟੀ ਦਾ। ਇਹਨਾਂ ਸਾਰਿਆਂ ਨੂੰ ਐਕਸਪਲੇਨ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਅਸੀਂ ਮੀਨਿੰਗ ਐਕਸਪਲੇਨ ਕਰਾਂਗੇ। ਵਾਟ ਇਜ਼ ਦਾ ਮੀਨਿੰਗ ਆਫ ਯੂਟਿਲਿਟੀ। ਯੂਟਿਲਿਟੀ ਕੀ ਹੈ? Utility refers to the quality or power or ability of a commodity or service that satisfies a human wants। ਜਿਹੜੀਆਂ ਕਿਸੇ ਵੀ ਵਿਅਕਤੀ ਦੀਆਂ ਜ਼ਰੂਰਤ ਨੂੰ ਸੈਟੀਸਫਾਈ ਕਰਦੀ ਹੈ, ਉਸ ਚੀਜ਼ ਦੀ ਅਬਿਲਿਟੀ ਨੂੰ, ਉਸ ਚੀਜ਼ ਦੀ ਕੁਆਲਿਟੀ ਨੂੰ, ਉਹਦੀ ਪਾਵਰ ਨੂੰ, ਤਾਕਤ ਨੂੰ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਯੂਟਿਲਿਟੀ। ਕਿਸੇ ਵੀ ਚੀਜ਼ ਦੇ ਵਿੱਚ ਇੰਨੀ ਪਾਵਰ ਹੋਵੇ ਜਾਂ ਉਹਦੀ ਇਹ ਕੁਆਲਿਟੀ ਹੋਵੇ ਕਿ ਕਿਸੇ ਵੀ ਇਨਸਾਨ ਦੀ ਉਹ ਵਾਂਟ ਨੂੰ ਸੈਟੀਸਫਾਈ ਕਰ ਸਕਦੀ, ਉਹਦੀ ਇੱਛਾ ਨੂੰ ਸੈਟੀਸਫਾਈ ਕਰ ਸਕੇ, ਉਹਨੂੰ ਅਸੀਂ ਕਹਿੰਦੇ ਹਾਂ ਯੂਟਿਲਿਟੀ। ਇਹਦੇ ਵਿੱਚ ਉਦਾਹਰਨ ਦਿੱਤੀ ਗਈ ਹੈ। ਫੋਰ ਐਗਜ਼ਾਮਪਲ, ਹੰਗਰ ਸੈਟੀਸਫਾਈਂਗ ਪਾਵਰ ਆਫ ਫੂਡ, ਰਾਈਟਿੰਗ ਕੁਆਲਿਟੀ ਆਫ ਪੈਨ, ਥਰਸਟ ਕੁਆਲਿਟੀ ਆਫ ਵਾਟਰ ਇਜ਼ ਸੈਡ ਟੂ ਬੀ ਦ ਯੂਟਿਲਿਟੀ। ਠੀਕ ਹੈ, ਭੁੱਖ ਜਦੋਂ ਲੱਗਦੀ ਹੈ ਤੇ ਖਾਣਾ ਚਾਹੀਦਾ ਹੈ। ਖਾਣੇ ਦੀ ਪਾਵਰ ਕੀ ਹੈ? ਕਿ ਉਹ ਭੁੱਖ ਮਿਟਾ ਸਕਦਾ ਹੈ। ਪਾਣੀ ਦੀ ਪਾਵਰ ਕੀ ਹੈ? ਕਿ ਉਹ ਪਿਆਸ ਮਿਟਾ ਸਕਦੀ ਹੈ। ਪੈਨ ਦੀ ਕੁਆਲਿਟੀ ਕੀ ਹੈ? ਕਿ ਉਹ ਵਧੀਆ ਰਾਈਟਿੰਗ ਕਰ ਸਕਦਾ ਹੈ। ਠੀਕ ਹੈ, ਸੋ ਦੀਜ਼ ਆਰ ਦਾ ਯੂਟਿਲਿਟੀ। ਕਿਸੇ ਵੀ ਚੀਜ਼ ਦੀ, ਕਮੋਡਿਟੀ ਦੀ, ਕਿਸੇ ਸਰਵਿਸ ਦੀ ਪਾਵਰ ਜੋ ਕਿ ਕਿਸੇ ਇਨਸਾਨ, ਕਿਸੇ ਵਿਅਕਤੀ ਦੀ ਵਾਂਟ ਨੂੰ, ਉਹਦੀ ਇੱਛਾ ਨੂੰ, ਉਹਦੀ ਜੋ ਜ਼ਰੂਰਤ ਹੈ ਉਹਨੂੰ ਸੈਟੀਸਫਾਈ ਕਰ ਸਕੇ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਯੂਟਿਲਿਟੀ। ਹੁਣ ਯੂਟਿਲਿਟੀ ਔਰ ਸੈਟਿਸਫੈਕਸ਼ਨ, ਇਜ਼ ਦੇ ਆਰ ਦ ਸੇਮ ਥਿੰਗ ਔਰ ਨਾਟ? ਨੋ, ਯੂਟਿਲਿਟੀ ਔਰ ਸੈਟਿਸਫੈਕਸ਼ਨ ਦੋਨੋਂ ਡਿਫਰੈਂਟ ਹੈ। ਠੀਕ ਹੈ, ਯੂਟਿਲਿਟੀ ਜਿਹੜੀ ਹੈ ਉਹ ਹੈ ਸਾਡੀ ਜਿਹੜੀ ਐਕਸਪੈਕਟਡ ਸੈਟਿਸਫੈਕਸ਼ਨ ਨੂੰ ਜਿਹੜੀ ਸੈਟਿਸਫਾਈ ਕਰਦੀ ਹੈ। ਜੋ ਇਹ ਐਕਸਪੈਕਟ ਕਰਦੇ ਹਾਂ ਕਿ ਅਸੀਂ ਪਾਣੀ ਪੀਵਾਂਗੇ ਸਾਡੀ ਭੁੱਖ ਮਿਟ ਜਾਏਗੀ, ਅਸੀਂ ਖਾਣਾ ਖਾਵਾਂਗੇ ਸਾਡੀ ਭੁੱਖ ਮਿਟ ਜਾਏਗੀ, ਪਾਣੀ ਨਾਲ ਸਾਡੀ ਪਿਆਸ ਮਿਟ ਜਾਏਗੀ। ਸੋ ਹੀ ਐਕਸਪੈਕਟਡ ਜਿਹੜੀ ਸੈਟਿਸਫੈਕਸ਼ਨ ਹੈ ਦੈਟ ਇਜ਼ ਕਾਲਡ ਯੂਟਿਲਿਟੀ। ਪਰ ਦੂਸਰੀ ਤਰਫ ਜਿਹੜੀ ਸੈਟਿਸਫੈਕਸ਼ਨ ਹੈ ਉਹ ਰੀਅਲਾਈਜ਼ਡ ਸੈਟਿਸਫੈਕਸ਼ਨ ਹੈਗੀ ਹੈ। ਜਿਹੜਾ ਅਸੀਂ ਰਿਅਲਾਈਜ਼ ਕਰਦੇ ਹਾਂ ਕਿ ਹਾਂ ਸਾਨੂੰ ਸੈਟਿਸਫੈਕਸ਼ਨ ਮਿਲੇਗੀ। ਠੀਕ ਹੈ ਨਾ, ਐਕਸਪੈਕਟ ਜਿਹੜੀ ਕਰਦੇ ਆ ਦੈਟ ਇਜ਼ ਯੂਟਿਲਿਟੀ। ਠੀਕ ਹੈ, ਜਿਹੜਾ ਸਾਨੂੰ ਪਤਾ ਹੈ ਕਿ ਸੈਟਿਸਫੈਕਸ਼ਨ ਮਿਲਣੀ ਹੈ, ਸਾਨੂੰ ਕੰਮ ਕਰਕੇ ਕੁਝ ਰਿਅਲਾਈਜ਼ ਕਰਦੇ ਹਾਂ ਕਿ ਹਾਂ ਵੀ ਆਰ ਸੈਟਿਸਫਾਈਡ ਵਿਦ ਦਿਸ। ਠੀਕ ਹੈ, ਦੈਟ ਇਜ਼ ਕਾਲਡ ਸੈਟਿਸਫੈਕਸ਼ਨ। ਬਟ ਯੂਟਿਲਿਟੀ ਇਜ਼ ਐਕਸਪੈਕਟਡ ਸੈਟਿਸਫੈਕਸ਼ਨ। ਜੋ ਐਕਸਪੈਕਟ ਕਰਦੇ ਹਾਂ ਉਸ ਚੀਜ਼ ਤੋਂ ਅਸੀਂ ਕਿ ਇਹ ਸਾਡੀ ਇਹ ਚੀਜ਼ ਸੈਟਿਸਫਾਈ ਕਰੇਗੀ, ਦੈਟ ਇਜ਼ ਕਾਲਡ ਸੈਟਿਸਫੈਕਸ਼ਨ। ਸੋ ਇਹ ਤੇ ਸੀ ਯੂਟਿਲਿਟੀ। ਹੁਣ ਮਾਰਜਨ ਯੂਟਿਲਿਟੀ ਕੀ ਹੈ? Margin utility means the addition made to total utility by consuming one more unit of the commodity। ਹੁਣ ਇਹਨੂੰ ਅਸੀਂ ਇਸ ਤਰ੍ਹਾਂ ਸਮਝਦੇ ਹਾਂ, ਜਿਸ ਤਰ੍ਹਾਂ ਕਿ ਸਾਨੂੰ ਪਿਆਸ ਲੱਗੀ ਹੈ, ਪਹਿਲਾ ਗਲਾਸ ਪਾਣੀ ਦਾ ਪੀਤਾ ਸਾਨੂੰ ਬਹੁਤ ਸੈਟਿਸਫੈਕਸ਼ਨ ਮਿਲਦੀ ਹੈ ਕਿ ਹਾਂ ਪਿਆਸ ਬੁੱਝ ਗਈ, ਅਸੀਂ ਹੋਰ ਪਾਣੀ ਪੀਣਾ ਚਾਹੁੰਦੇ ਹਾਂ। ਅਸੀਂ ਦੂਸਰਾ ਗਲਾਸ ਪੀਂਦੇ ਹਾਂ ਪਰ ਓਨਾ ਮਜ਼ਾ ਨਹੀਂ ਆਉਂਦਾ ਜਿੰਨਾ ਪਹਿਲੇ ਗਲਾਸ ਨਾਲ ਆਉਂਦਾ। ਤੀਸਰਾ ਪੀਂਦੇ ਹਾਂ ਫਿਰ ਓਨਾ ਮਜ਼ਾ ਨਹੀਂ ਆਉਂਦਾ। ਠੀਕ ਹੈ, ਇਹ ਜਿਹੜੀ ਘਟ ਰਹੀ ਹੈ ਦੈਟ ਇਜ਼ ਕਾਲਡ, ਜਿਹੜਾ ਇੱਕ ਐਡੀਸ਼ਨਲ ਯੂਨਿਟ ਕੰਜ਼ਿਊਮ ਕਰਨ ਦੇ ਨਾਲ, ਦੂਸਰਾ ਗਲਾਸ ਪਾਣੀ ਦਾ ਕੰਜ਼ਿਊਮ ਕਰਨ ਦੇ ਨਾਲ ਜਿਹੜੀ ਸਾਡੀ ਯੂਟਿਲਿਟੀ ਡਿਕਰੀਜ਼ ਹੋ ਰਹੀ ਹੈ, ਘਟ ਰਹੀ ਹੈ ਟੋਟਲ ਯੂਟਿਲਿਟੀ, ਉਹਨੂੰ ਅਸੀਂ ਮਾਰਜਨਲ ਯੂਟਿਲਿਟੀ ਕਹਾਂਗੇ। ਓਕੇ, ਕੀ ਕਹਾਂਗੇ ਉਹਨੂੰ? ਮਾਰਜਨਲ ਯੂਟਿਲਿਟੀ। ਠੀਕ ਹੈ, ਹੁਣ ਤਾਂ ਮੀਨਿੰਗ ਦੇਖੋ। ਮੀਨਸ ਦ ਐਡੀਸ਼ਨ ਮੇਡ ਟੂ ਦ ਟੋਟਲ ਯੂਟਿਲਿਟੀ ਬਾਈ ਕੰਜ਼ਿਊਮਿੰਗ ਵਨ ਮੋਰ ਯੂਨਿਟ ਆਫ ਦ ਕਮੋਡਿਟੀ, ਦੈਟ ਇਜ਼ ਕਾਲਡ ਮਾਰਜਨਲ ਯੂਟਿਲਿਟੀ। ਇਹਨੂੰ ਅਸੀਂ ਇਸ ਤਰ੍ਹਾਂ ਵੀ ਐਕਸਪਲੇਨ ਕਰ ਸਕਦੇ ਹਾਂ। MU ਮੀਨਸ ਮਾਰਜਨਲ ਯੂਟਿਲਿਟੀ ਆਫ nth ਯੂਨਿਟ ਇਜ਼ ਇਕੁਅਲ ਟੂ ਟੋਟਲ ਯੂਟਿਲਿਟੀ ਆਫ n, nth ਮਤਲਬ ਯੂਨਿਟ, minus total utility n minus 1. This is the formula। means total utility ਪਹਿਲੇ ਯੂਨਿਟ ਤੋਂ minus total utility next ਜਿਹੜੇ ਯੂਨਿਟ ਤੋਂ ਮਿਲੀ ਹੈ, ਉਹਨਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੋਏਗਾ that is called marginal utility। ਹੁਣ ਇਹਨੂੰ ਐਗਜ਼ਾਮਪਲ ਨਾਲ ਸਮਝਾਂਗੇ।
For example, total utility derived from the first slice of bread is 20 unit. ਅਸੀਂ ਟੋਟਲ ਯੂਟਿਲਿਟੀ ਜਿਹੜੀ ਡਰਾਈਵ ਕੀਤੀ ਹੈ ਪਹਿਲੇ ਸਲਾਈਸ ਬ੍ਰੈਡ ਦੇ ਨਾਲ ਉਹ ਸੀ 20 ਯੂਨਿਟ। ਬਾਈ ਕੰਜ਼ਿਊਮਿੰਗ ਸੈਕਿੰਡ ਸਲਾਈਸ ਟੋਟਲ ਯੂਟਿਲਿਟੀ ਇਨਕਰੀਜ਼ਿਜ਼ ਟੂ 25 ਯੂਨਿਟ। ਜਦੋਂ ਦੂਸਰਾ ਪੀਸ ਖਾਧਾ ਤੇ ਸਾਡੀ ਜਿਹੜੀ ਯੂਟਿਲਿਟੀ ਹੈ ਉਹ ਇਨਕਰੀਜ਼ ਕਰਕੇ 25 ਯੂਨਿਟ ਹੋ ਗਈ। ਹੁਣ 25 ਮਾਈਨਸ 20 ਜਿਹੜਾ ਡਿਫਰੈਂਸ ਹੈ ਦੋਨਾਂ ਦੇ ਵਿੱਚ, ਪਹਿਲੇ ਯੂਨਿਟ ਤੋਂ 20 ਯੂਨਿਟ ਮਿਲੀ ਸਾਨੂੰ, ਦੂਸਰੇ ਤੋਂ 25 ਯੂਨਿਟ। ਜਿਹੜਾ ਦੂਸਰਾ ਯੂਨਿਟ ਖਾਣ ਦੇ ਨਾਲ ਯੂਟਿਲਿਟੀ ਇਨਕਰੀਜ਼ ਹੋਈ ਹੈ, ਜਿਹੜਾ ਉਹਦਾ ਡਿਫਰੈਂਸ ਹੈ 25 ਮਾਈਨਸ 25 ਯੂਨਿਟ, ਦੈਟ ਇਜ਼ ਕਾਲਡ ਮਾਰਜਨਲ ਯੂਟਿਲਿਟੀ। ਠੀਕ ਹੈ, ਇੱਕ ਐਡੀਸ਼ਨਲ ਯੂਨਿਟ ਕੰਜ਼ਿਊਮ ਕਰਨ ਦੇ ਨਾਲ ਜਦੋਂ ਸਾਡੀ ਮਾਰਜਨਲ ਯੂਟਿਲਿਟੀ ਡਿਕਰੀਜ਼ ਹੁੰਦੀ ਹੈ, ਯੂਟਿਲਿਟੀ ਡਿਕਰੀਜ਼ ਹੁੰਦੀ ਹੈ, ਦੈਟ ਇਜ਼ ਕਾਲਡ ਮਾਰਜਨਲ ਯੂਟਿਲਿਟੀ। ਠੀਕ ਹੈ, ਯੂਟਿਲਿਟੀ ਅਤੇ ਮਾਰਜਨਲ ਯੂਟਿਲਿਟੀ ਆਈ ਹੋਪ ਤੁਸੀਂ ਅੰਡਰਸਟੈਂਡ ਕਰ ਲਿਆ ਹੋਏਗਾ। ਨੈਕਸਟ ਅਸੀਂ ਹੁਣ ਕਰਨ ਜਾ ਰਹੇ ਹਾਂ ਮਾਰਜਨਲ ਯੂਟਿਲਿਟੀ ਦੀਆਂ ਟਾਈਪਸ ਨੇ। ਠੀਕ ਹੈ, ਯੂਟਿਲਿਟੀ ਪੋਜ਼ੀਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ ਅਤੇ ਜ਼ੀਰੋ ਵੀ ਹੋ ਸਕਦੀ ਹੈ। ਪੋਜ਼ੀਟਿਵ ਕਿੱਥੇ ਹੋਏਗੀ? ਪੋਜ਼ੀਟਿਵ ਮਾਰਜਨਲ ਯੂਟਿਲਿਟੀ ਉਦੋਂ ਹੋਏਗੀ ਜਦੋਂ ਅਸੀਂ ਐਡੀਸ਼ਨਲ ਯੂਨਿਟ ਕਮੋਡਿਟੀ ਦਾ ਕੰਜ਼ਿਊਮ ਕਰਨ ਦੇ ਨਾਲ ਸਾਡੀ ਟੋਟਲ ਯੂਟਿਲਿਟੀ ਇਨਕਰੀਜ਼ ਕਰ ਰਹੀ ਹੈ, ਦੈਟ ਇਜ਼ ਕਾਲਡ ਮਾਰਜਨਲ ਯੂਟਿਲਿਟੀ ਵਿਲ ਬੀ ਪੋਜ਼ੀਟਿਵ। ਠੀਕ ਹੈ, ਐਡੀਸ਼ਨਲ ਯੂਨਿਟ ਕੰਜ਼ਿਊਮ ਕਰਨ ਦੇ ਨਾਲ, ਜਿਸ ਤਰ੍ਹਾਂ ਪਹਿਲਾ ਯੂਨਿਟ ਲਿਆ 20 ਸੀ, ਦੂਸਰਾ ਯੂਨਿਟ ਲਿਆ ਦੈਟ ਇਜ਼ 25, ਮੀਨਸ ਇਨਕਰੀਜ਼ ਕਰ ਰਹੀ ਹੈ, ਉਹਨੂੰ ਅਸੀਂ ਕਹਾਂਗੇ ਮਾਰਜਨਲ ਯੂਟਿਲਿਟੀ ਪੋਜ਼ੀਟਿਵ, ਪੋਜ਼ੀਟਿਵ ਮਾਰਜਨਲ ਯੂਟਿਲਿਟੀ। ਨੈਕਸਟ ਹੈ ਸਾਡੇ ਕੋਲ ਜ਼ੀਰੋ ਮਾਰਜਨਲ ਯੂਟਿਲਿਟੀ। ਹੁਣ ਜ਼ੀਰੋ ਕਿਦੋਂ ਹੋਏਗੀ? if by consuming one more unit of the commodity total utility remains the same, means दूसरा यूनिट खा के भी 24 सी ते तीसरा यूनिट खा के भी 24 सी, रिमेनिंग द सेम, कोई उस डिफरेंस नहीं आ रहा, ना वध रही है ना वो घट रही है, इक्को जी रह रही है, कॉन्सटेंट रह रही है, दैट इज़ कॉल्ड जीरो मार्जिनल यूटिलिटी। नैक्सट है नैगेटिव मार्जिन यूटिलिटी। नैगेटिव किदों होएगी? जदों फॉल करनी शुरू कर देगी। If by consuming one more unit of commodity total utility falls, then marginal utility of the commodity is negative। ਹੁਣ ਇਸ ਤਰ੍ਹਾਂ ਸਮਝਾਂਗੇ, ਪਹਿਲਾ ਯੂਨਿਟ ਲਿਆ 20 ਹੋ ਗਈ, ਦੂਸਰਾ ਯੂਨਿਟ ਲਿਆ 25 ਹੋ ਗਈ, ਤੀਸਰੇ ਤੇ ਫਿਰ 25, ਤੇ ਜਿਹੜਾ ਚੌਥਾ ਯੂਨਿਟ ਲਿਆ ਉਦੋਂ ਸਾਡੀ 20 ਹੋ ਗਈ, ਮੀਨਸ ਡਿਕਰੀਜ਼ ਕਰ ਗਈ। ਜਦੋਂ ਡਿਕਰੀਜ਼ ਕਰ ਗਈ ਸਾਡੀ ਯੂਟਿਲਿਟੀ, ਟੋਟਲ ਯੂਟਿਲਿਟੀ, ਉਹਨੂੰ ਅਸੀਂ ਕਹਾਂਗੇ ਮਾਰਜਨਲ ਯੂਟਿਲਿਟੀ ਆਫ ਦ ਕਮੋਡਿਟੀ ਇਜ਼ ਨੈਗੇਟਿਵ ਮਾਰਜਨਲ ਯੂਟਿਲਿਟੀ। ਠੀਕ ਹੈ, ਮਾਰਜਨਲ ਯੂਟਿਲਿਟੀ ਦੀਆਂ ਅਸੀਂ 3 ਟਾਈਪ ਕੀਤੀਆਂ ਨੇ, ਪੋਜ਼ੀਟਿਵ, ਜ਼ੀਰੋ ਅਤੇ ਨੈਗੇਟਿਵ। ਪੋਜ਼ੀਟਿਵ ਜਦੋਂ ਇਨਕਰੀਜ਼ ਕਰ ਰਹੀ ਹੈ, ਨੈਗੇਟਿਵ ਜਦੋਂ ਡਿਕਰੀਜ਼ ਕਰ ਰਹੀ ਟੋਟਲ ਯੂਟਿਲਿਟੀ, ਜ਼ੀਰੋ ਜਦੋਂ ਕੌਨਸਟੈਂਟ ਰਹਿ ਰਹੀ ਹੈ, ਨਾ ਉਹ ਇਨਕਰੀਜ਼ ਕਰ ਰਹੀ ਹੈ ਨਾ ਉਹ ਡਿਕਰੀਜ਼ ਕਰ ਰਹੀ ਹੈ। ਠੀਕ ਹੈ, ਹੁਣ ਅਸੀਂ ਕੀ ਕੀਤਾ ਹੈ, ਯੂਟਿਲਿਟੀ ਦਾ ਮੀਨਿੰਗ, ਯੂਟਿਲਿਟੀ ਕੀ ਹੁੰਦੀ ਹੈ? ਯੂਟਿਲਿਟੀ ਮੀਨਸ ਜਿਹੜੀ ਸੈਟਿਸਫਾਈਂਗ ਪਾਵਰ ਆਫ ਦ ਕਮੋਡਿਟੀ। ਠੀਕ ਹੈ, ਸੈਟਿਸਫਾਈਂਗ ਪਾਵਰ ਆਫ ਦ ਕਮੋਡਿਟੀ ਜਿਹੜੀ ਸਾਡੀ ਵਾਂਟਸ ਨੂੰ ਸੈਟਿਸਫਾਈ ਕਰਦੀ, ਦੈਟ ਇਜ਼ ਯੂਟਿਲਿਟੀ। ਮਾਰਜਨਲ ਯੂਟਿਲਿਟੀ ਕੀ ਹੈ? ਬਾਈ ਟੇਕਿੰਗ ਵਨ ਮੋਰ ਐਡੀਸ਼ਨਲ ਯੂਨਿਟ ਵੈਨ ਟੋਟਲ ਯੂਟਿਲਿਟੀ increases, that is called marginal utility। ਠੀਕ ਹੈ, ਨੈਕਸਟ ਅਸੀਂ ਕੀਤੀਆਂ ਉਹਦੀਆਂ ਟਾਈਪਸ। ਮਾਰਜਨਲ ਯੂਟਿਲਿਟੀ ਦੀਆਂ 3 ਟਾਈਪਸ ਨੇ, ਪੋਜ਼ੀਟਿਵ, ਨੈਗੇਟਿਵ ਅਤੇ ਜ਼ੀਰੋ। ਹੁਣ ਅਸੀਂ ਕਰਨ ਜਾ ਰਹੇ ਹਾਂ ਪੰਜਾਬੀ ਦੇ ਵਿੱਚ ਇਹਨੂੰ ਯੂਟਿਲਿਟੀ ਨੂੰ ਕੀ ਕਹਾਂਗੇ? ਉਪਯੋਗਤਾ ਜਾਂ ਤੁਸ਼ਟੀ ਗੁਣ ਦਾ ਅਰਥ ਕੀ ਹੈ? ਠੀਕ ਹੈ, ਉਪਭੋਗਤਾ ਜਾਂ ਤੁਸ਼ਟੀ ਗੁਣ ਦੀ ਮੱਦ ਬ੍ਰਿਟਿਸ਼ ਅਰਥ ਸ਼ਾਸਤਰੀ ਪ੍ਰੋਫੈਸਰ ਜੇਵਨਸ ਨੇ ਇਜਾਦ ਕੀਤੀ ਸੀ। ਉਪਭੋਗਤਾ ਦਾ ਤੁਸ਼ਟੀ ਗੁਣ ਦਾ ਸੰਬੰਧ ਵਸਤੂ ਦੇ ਉਹ ਗੁਣ ਜਾਂ ਤਾਕਤ ਨਾਲ ਹੈ ਜੋ ਇੱਕ ਮਨੁੱਖੀ ਲੋੜ ਨੂੰ ਪੂਰਾ ਕਰਦੇ ਹਨ। ਵਸਤੂ ਜਾਂ ਸੇਵਾ ਦੀ ਤੁਸ਼ਟੀ ਉਪਲਬਧ ਕਰਨ ਦੀ ਤਾਕਤ ਨੂੰ ਤੁਸ਼ਟੀ ਗੁਣ ਕਿਹਾ ਜਾ ਸਕਦਾ ਹੈ। ਹੁਣ ਜਿਸ ਤਰ੍ਹਾਂ ਅਸੀਂ ਇੰਗਲਿਸ਼ ਦੇ ਵਿੱਚ ਕੀਤਾ ਹੈ ਕਿ ਕਿਸੇ ਵੀ ਵਸਤੂ ਦੀ ਪਾਵਰ ਜੋ ਕਿ ਮਨੁੱਖ ਦੀ ਲੋੜ ਨੂੰ ਸੈਟਿਸਫਾਈ ਕਰ ਸਕਦੀ ਹੈ, ਉਹਦੀ ਪੂਰਾ ਕਰ ਸਕਦੀ ਹੈ ਲੋੜ ਨੂੰ, ਉਹਨੂੰ ਅਸੀਂ ਕਹਿੰਦੇ ਹਾਂ ਤੁਸ਼ਟੀ ਗੁਣ।
ਉਹਦੀ ਯੂਟਿਲਿਟੀ। ਠੀਕ ਹੈ। MM ਬਾਬਰਸ ਅਨੁਸਾਰ ਮਨੁੱਖੀ ਲੋੜ ਨੂੰ ਸੰਤੁਸ਼ਟ ਕਰਨ ਦੀ ਤਾਕਤ ਜੋ ਉਤਪਾਦਨ ਜਾਂ ਸੇਵਾ ਵਿੱਚ ਹੈ ਉਸ ਨੂੰ ਤੁਸ਼ਟੀ ਗੁਣ ਕਹਿੰਦੇ ਹਾਂ। ਉਦਾਹਰਨ ਲਈ ਖਾਣੇ ਵਿੱਚ ਭੁੱਖ ਨੂੰ ਸੰਤੁਸ਼ਟ ਕਰਨ ਦੀ ਮਾਦਾ ਹੈ, ਪੈਨ ਵਿੱਚ ਲਿਖਣ ਦੀ ਯੋਗਤਾ ਹੈ, ਪਾਣੀ ਵਿੱਚ ਪਿਆਸ ਬੁਝਾਉਣ ਦੀ ਯੋਗਤਾ ਹੈ, ਉਸ ਨੂੰ ਤੁਸ਼ਟੀ ਗੁਣ ਕਿਹਾ ਜਾਂਦਾ ਹੈ। ਕਿਸੇ ਵੀ ਵਸਤੂ ਦੀ, ਕਿਸੇ ਸੇਵਾ ਦੀ ਤਾਕਤ ਜੋ ਕਿ ਮਨੁੱਖ ਦੀ ਲੋੜ ਨੂੰ ਪੂਰਾ ਕਰਦੇ ਉਸ ਨੂੰ ਅਸੀਂ ਯੂਟਿਲਿਟੀ ਕਹਿੰਦੇ ਹਾਂ ਜਾਂ ਤੁਸ਼ਟੀ ਗੁਣ ਕਿਹਾ ਜਾਂਦਾ ਹੈ। ਨੈਕਸਟ ਹੈਗਾ ਸਾਡੇ ਕੋਲ ਸੀਮਾਂਤ ਉਪਯੋਗਤਾ। ਸੀਮਾਂਤ ਉਪਯੋਗਤਾ ਨੂੰ ਇੰਗਲਿਸ਼ ਅਸੀਂ ਮਾਰਜਨਲ ਯੂਟਿਲਿਟੀ ਕਹਿੰਦੇ ਹਾਂ। ਮਾਰਜਨਲ ਯੂਟਿਲਿਟੀ ਅਸੀਂ ਪਹਿਲੇ ਵੀ ਐਕਸਪਲੇਨ ਕੀਤਾ, ਜਿੱਥੋਂ ਇੱਕ ਐਡੀਸ਼ਨਲ ਯੂਨਿਟ, ਇੱਕ ਹੋਰ ਇਕਾਈ ਵਰਤਣ ਦੇ ਨਾਲ ਜਦੋਂ ਉਪਭੋਗਤਾ ਵਿੱਚ ਹੋਏ ਵਾਧੇ ਨੂੰ ਸੀਮਾਂਤ ਉਪਭੋਗਤਾ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ n ਵਸਤਾਂ ਦੀ ਉਪਭੋਗਤਾ ਤੇ n-1 ਵਸਤਾਂ ਦਾ ਉਪਭੋਗਤਾ ਦਾ ਅੰਤਰ ਸੀਮਾਂਤ ਉਪਭੋਗਤਾ ਹੈ। ਭਾਵ ਇੱਕ ਵਧੇਰਾ ਯੂਨਿਟ ਕੰਜ਼ਿਊਮ ਕਰਨ ਨਾਲ, ਲੈਣ ਨਾਲ ਜਦੋਂ ਸਾਡੀ ਉਪਭੋਗਤਾ ਦੇ ਵਿੱਚ ਅੰਤਰ ਆਉਂਦਾ ਹੈ ਉਸ ਨੂੰ ਅਸੀਂ ਸੀਮਾਂਤ ਉਪਭੋਗਤਾ ਕਹਿੰਦੇ ਹਾਂ। ਇਹਨੂੰ ਅਸੀਂ ਉਦਾਹਰਨ ਦੇ ਨਾਲ ਸਮਝਾਂਗੇ, ਜਿਵੇਂ ਕਿ ਇੱਕ ਬ੍ਰੈਡ ਦੀ ਵਰਤੋਂ ਨਾਲ ਕੁੱਲ ਉਪਭੋਗਤਾ 20 ਇਕਾਈ ਹੈ ਅਤੇ ਦੂਜੀ ਬ੍ਰੈਡ ਨਾਲ ਇਹ ਉਪਭੋਗਤਾ 25 ਇਕਾਈ ਤੱਕ ਵੱਧ ਜਾਂਦੀ ਹੈ, ਤਾਂ ਦੂਜੀ ਬ੍ਰੈਡ ਦੀ ਸੀਮਾਂਤ ਉਪਭੋਗਤਾ 5 ਇਕਾਈ ਹੋਏਗੀ। ਜੋ ਅੰਤਰ ਆਇਆ, ਪਹਿਲਾ ਪੀਸ ਅਸੀਂ ਬ੍ਰੈਡ ਦਾ ਖਾਧਾ 20 ਇਕਾਈ ਸਾਨੂੰ ਪ੍ਰਾਪਤ ਹੋਈ ਉਹਦੀ ਉਪਭੋਗਤਾ, ਕੁੱਲ ਉਪਭੋਗਤਾ। ਦੂਸਰੇ ਤੋਂ ਸਾਨੂੰ 25 ਇਕਾਈ ਉਹਦੀ ਕੁੱਲ ਉਪਭੋਗਤਾ ਪ੍ਰਾਪਤ ਹੋਈ। ਹੁਣ 25 ਅਤੇ 20 ਦੇ ਵਿੱਚ ਜੋ ਅੰਤਰ ਹੈ ਉਹ ਕੀ ਕਹਿਲਾਏਗਾ? ਸੀਮਾਂਤ ਉਪਭੋਗਤਾ। ਇੱਕ ਵਧੇਰਾ ਇਕਾਈ ਲੈਣ ਨਾਲ ਜਦੋਂ ਸਾਡੀ ਉਪਭੋਗਤਾ ਦੇ ਵਿੱਚ ਅੰਤਰ ਆਉਂਦਾ ਹੈ, ਕੁੱਲ ਉਪਭੋਗਤਾ ਦੇ ਵਿੱਚ ਅੰਤਰ ਆਉਂਦਾ ਹੈ, ਉਸ ਨੂੰ ਅਸੀਂ ਸੀਮਾਂਤ ਉਪਭੋਗਤਾ ਕਹਾਂਗੇ। ਹੁਣ ਜਿਹੜੀ ਸੀਮਾਂਤ ਉਪਭੋਗਤਾ ਹੈ ਇਹ ਵੀ ਕਈ ਪ੍ਰਕਾਰ ਦੀ ਹੁੰਦੀ ਹੈ, ਜਿਵੇਂ ਕਿ ਪੋਜ਼ੀਟਿਵ ਸੀਮਾਂਤ ਉਪਭੋਗਤਾ, ਸਿਫਰ ਸੀਮਾਂਤ ਉਪਭੋਗਤਾ ਅਤੇ ਨੈਗੇਟਿਵ ਸੀਮਾਂਤ ਉਪਭੋਗਤਾ। ਹੁਣ ਪੋਜ਼ੀਟਿਵ ਕਿਹੜੀ ਹੋਏਗੀ? ਜਦੋਂ ਵਸਤੂ ਦੀ ਇੱਕ ਇਕਾਈ ਅਤੇ ਹੋਰ ਵਰਤੋਂ ਨਾਲ ਕੁੱਲ ਉਪਭੋਗਤਾ ਵਿੱਚ ਵਾਧਾ ਹੁੰਦਾ ਹੈ, ਉਸ ਨੂੰ ਅਸੀਂ ਪੋਜ਼ੀਟਿਵ ਸੀਮਾਂਤ। ਇੱਕ ਇਕਾਈ ਲਈ ਅਤੇ ਸਾਨੂੰ ਉਹਦੀ ਹੋਰ ਇਕਾਈ ਲੈਣ ਨਾਲ ਜਦੋਂ ਉਹਦੀ ਉਪਭੋਗਤਾ ਦੇ ਵਿੱਚ, ਕੁੱਲ ਉਪਭੋਗਤਾ ਦੇ ਵਿੱਚ ਵਾਧਾ ਹੋ ਰਿਹਾ ਹੈ, ਉਸ ਨੂੰ ਅਸੀਂ ਕੀ ਕਹਾਂਗੇ? ਪੋਜ਼ੀਟਿਵ ਸੀਮਾਂਤ ਉਪਭੋਗਤਾ। ਨੈਕਸਟ ਹੈਗਾ ਸਾਡੇ ਕੋਲ ਸਿਫਰ ਸੀਮਾਂਤ ਉਪਭੋਗਤਾ। ਸਿਫਰ ਕਦੋਂ ਹੋਏਗੀ? ਜਦੋਂ ਹੋਰ ਇਕਾਈ ਲੈਣ ਦੇ ਨਾਲ ਉਸ ਦੀ ਕੁੱਲ ਉਪਭੋਗਤਾ ਦੇ ਵਿੱਚ ਕੋਈ ਅੰਤਰ ਨਹੀਂ ਆਉਂਦਾ, ਉਸ ਨੂੰ ਅਸੀਂ ਸਿਫਰ ਸੀਮਾਂਤ ਉਪਭੋਗਤਾ ਕਹਾਂਗੇ। ਅਗਲਾ ਹੈ ਸਾਡੇ ਕੋਲ ਨੈਗੇਟਿਵ ਸੀਮਾਂਤ ਉਪਭੋਗਤਾ। ਇਹ ਕਦੋਂ ਹੁੰਦੀ ਹੈ? ਜਦੋਂ ਹੋਰ ਇਕਾਈ ਲੈਣ ਦੇ ਨਾਲ ਸਾਡੀ ਕੁੱਲ ਉਪਭੋਗਤਾ ਘਟਦੀ ਹੈ, ਉਸ ਨੂੰ ਅਸੀਂ ਨੈਗੇਟਿਵ ਸੀਮਾਂਤ ਉਪਭੋਗਤਾ ਕਹਾਂਗੇ। ਠੀਕ ਹੈ। ਹੁਣ ਅਸੀਂ ਇਹਦੇ ਵਿੱਚ ਪੰਜਾਬੀ ਦੇ ਵਿੱਚ ਵੀ ਅਰਥ ਕਰ ਲਿਆ ਕਿ ਉਪਭੋਗਤਾ ਕੀ ਹੁੰਦੀ ਹੈ ਅਤੇ ਸੀਮਾਂਤ ਉਪਭੋਗਤਾ ਕੀ ਹੁੰਦੀ ਹੈ, ਸੀਮਾਂਤ ਉਪਭੋਗਤਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਹੁਣ ਅਸੀਂ ਇਹਦਾ ਇੱਕ ਟੇਬਲ ਦੇ ਨਾਲ ਸਮਝਾਂਗੇ ਕਿ ਟੋਟਲ ਯੂਟਿਲਿਟੀ ਕਿਸ ਤਰੀਕੇ ਨਾਲ ਵੱਧਦੀ ਜਾਂ ਘਟਦੀ ਹੈ। ਹੁਣ ਇਸ ਟੇਬਲ ਦੇ ਵਿੱਚ ਇੱਕ ਸਾਈਡ 'ਤੇ ਤੁਹਾਨੂੰ ਦਿੱਤਾ ਗਿਆ ਹੈ ਯੂਨਿਟਸ ਆਫ ਗੁੱਡ ਐਕਸ। ਇੱਥੇ ਤੁਸੀਂ ਕਿਸੇ ਵੀ ਯੂਨਿਟ, ਕਿਸੇ ਵੀ ਚੀਜ਼ ਨੂੰ ਲੈ ਸਕਦੇ ਹੋ। ਯੂਨਿਟ ਆਫ ਗੁੱਡਸ ਦਾ ਨਾਮ ਲਿਖ ਸਕਦੇ ਹੋ, ਯੂਨਿਟ ਆਫ ਐਪਲ ਜਾਂ ਯੂਨਿਟ ਆਫ ਚੇਅਰ ਜਾਂ ਯੂਨਿਟ ਆਫ ਟੇਬਲ ਜਾਂ ਯੂਨਿਟ ਆਫ ਫੂਡ, ਕਿਸੇ ਵੀ ਚੀਜ਼ ਦਾ ਨਾਮ ਲਿਖ ਸਕਦੇ ਹੋ। ਇੱਥੇ ਉਹਨੇ ਐਗਜ਼ਾਮਪਲ ਦੇ ਤੌਰ 'ਤੇ ਲਿਆ ਯੂਨਿਟ ਆਫ ਗੁੱਡ ਐਕਸ, XY Z ਕੁਛ ਵੀ ਲੈ ਸਕਦੇ ਹੋ। ਯੂਨਿਟ ਆਫ ਗੁੱਡ ਐਕਸ। ਹੁਣ ਐਕਸ ਗੁੱਡਸ ਲੈ ਲਈਆਂ ਅਸੀਂ 1 to 8। ਟੋਟਲ ਯੂਟਿਲਿਟੀ ਲੈ ਲਈ ਇੱਕ ਕਾਲਮ ਦੇ ਵਿੱਚ, ਦੂਸਰੇ 'ਚ ਲੈ ਲਈ ਮਾਰਜਨਲ ਯੂਟਿਲਿਟੀ। ਹੁਣ ਮਾਰਜਨਲ ਯੂਟਿਲਿਟੀ ਦਾ ਜਿਹੜਾ ਫਾਰਮੂਲਾ ਹੈ, ਕਿਸ ਤਰ੍ਹਾਂ ਨੂੰ ਕੈਲਕੂਲੇਟ ਕਰਦੇ? ਅਸੀਂ ਮਾਰਜਨਲ ਯੂਟਿਲਿਟੀ ਦੀ ਡੈਫੀਨੇਸ਼ਨ 'ਚ ਕੀਤਾ ਸੀ ਕਿ ਮਾਰਜਨਲ ਯੂਟਿਲਿਟੀ ਇਜ਼ ਇਕੁਅਲ ਟੂ ਟੋਟਲ ਯੂਟਿਲਿਟੀ n ਮਾਈਨਸ ਟੋਟਲ ਯੂਟਿਲਿਟੀ n-1। ਠੀਕ ਹੈ। ਅਤੇ ਇੱਕ ਕਾਲਮ ਦੇ ਵਿੱਚ ਲਿਆ ਗਿਆ ਹੈ ਡਿਸਕ੍ਰਿਪਸ਼ਨ। ਹੁਣ ਪਹਿਲਾ ਯੂਨਿਟ ਕੰਜ਼ਿਊਮ ਕਰਨ ਦੇ ਨਾਲ ਫਸਟ ਯੂਨਿਟ ਕੰਜ਼ਿਊਮ ਕਰਨ ਦੇ ਨਾਲ ਜਿਹੜੀ ਟੋਟਲ ਯੂਟਿਲਿਟੀ ਸਾਨੂੰ ਮਿਲੀ ਹੈ 10। ਮਾਰਜਨਲ ਯੂਟਿਲਿਟੀ ਕੀ ਸੀਗੀ? ਟੋਟਲ ਯੂਟਿਲਿਟੀ ਆਫ n ਯੂਨਿਟ ਮਾਈਨਸ ਟੋਟਲ ਯੂਟਿਲਿਟੀ ਆਫ n-1। ਇਹਦਾ ਮਤਲਬ ਹੈ ਸੇਮ ਹੀ ਰਹੇਗੀ।
ਇਹ 'ਚ कोई अंतर नहीं आएगा। 10 टोटल यूटिलिटी 10 एंड मार्जिन यूटिलिटी इज़ ऑल्सो 10। सैकेंड यूनिट कंज्यूम किया, साडी टोटल यूटिलिटी कितनी सी 18 हो गई, वध गई, मीनस है पॉजिटिव हो गई ना मार्जिन यूटिलिटी। टोटल यूटिलिटी इंक्रीज़ कर रही है मीनस ये पॉजिटिव मार्जिन यूटिलिटी है। तो इनू मार्जिन यूटिलिटी कितनी हो गई साडी 8 किस तरह आया 18 माइनस 10 दैट इज़ 8। थर्ड यूनिट कंज्यूम किया, टोटल यूटिलिटी हो गई साडी 24 मीनस ये टोटल यूटिलिटी इंक्रीज़ कर रही है, 18 तो 24 हो गई, 18 तो 24 हो गई है, मीनस ये पॉजिटिव मार्जिन यूटिलिटी है। तो साडी मार्जिन यूटिलिटी कितनी हो गई 24 माइनस 18 6। नैक्सट फोर्थ यूनिट कंज्यूम किया, फोर्थ यूनिट कंज्यूम करना टोटल यूटिलिटी कितनी हो गई साडी 28 इज़ टोटल यूटिलिटी, ये भी इंक्रीज़ कर रही है, मीनस पहले 24 सी हुण 28 हो गई, मीनस अब पॉजिटिवली इंक्रीज़ कर रही है ना, पॉजिटिव टोटल यूटिलिटी। तो मार्जिन यूटिलिटी कितनी हो गई साडी 4। नैक्सट फिफ्थ यूनिट कंज्यूम किया तो साडी टोटल यूटिलिटी हो गई 30। तो मार्जिन यूटिलिटी कितनी हो गई 2 किस तरह आया 30 माइनस 28 दैट इज़ 2। सिक्स्थ यूनिट लिया, हुण साडी मार्जिन यूटिलिटी टोटल यूटिलिटी जिहड़ी है 30 है, पहले भी 30 सी हुण भी 30 है, ठीक है। इहदा मतलब ये कॉन्स्टेंट रह रही है ना, फिफ्थ यूनिट ते 30 सी टोटल यूटिलिटी, सिक्स्थ यूनिट ते भी 30 है, मीनस दैट दिस पॉइंट इज़ कॉल्ड जीरो मार्जिन यूटिलिटी पॉइंट। सेम है ना, रिमेनिंग सेम, सो इत्थे जीरो आ जाएगा, 30 माइनस 30 इज़ इक्वल टू जीरो मार्जिन यूटिलिटी। सैवंथ यूनिट कंज्यूम किया, साडी हुण डिक्रीज़ करनी, एक जीरो आ गया ना पॉइंट, उस तो बाद हुण डिक्रीज़ करनी शुरू कर जाएगी। हुण नैक्सट यूनिट कंज्यूम किया है हो गई 28, हुण 28 माइनस 30 इज़ -2। एट्थ यूनिट कंज्यूम किया, 28 तो 24 हो गई, मीनस डिक्रीज़ कर रही है साडी टोटल यूटिलिटी। जो टोटल यूटिलिटी डिक्रीज़ करेगी दैट इज़ नैगेटिव मार्जिन यूटिलिटी, दैट इज़ -4। ये डिस्क्रिप्शन दी गई है 10 यूनिट तो लैके सैकेंड मार्जिन यूटिलिटी का पॉइंट जोड़ा है इत्थों तक पॉजिटिव मार्जिन यूटिलिटी है, उस तो बाद जीरो तो आ गई जीरो मार्जिन यूटिलिटी, उस तो बाद डिक्रीजिंग मार्जिन मीनस नैगेटिव मार्जिन यूटिलिटी, ठीक है। आई होप थानू क्लीयर हो गया होएगा टेबल। दैन नैक्सट इज़ इहदा हुण डायग्राम है जिहड़ा वो असीं किस तरह बनावांगे, इनू डायग्रामेटिकली किस तरह प्रेजेंट करांगे। देखो वेरी ईजी, एक साइड ते असी मार्जिन यूटिलिटी लवांगे, दूसरी साइड ते असी यूनिट ऑफ गुड्स, ठीक है। यूनिट्स ऑफ गुड्स इत्थे लिया असी यूनिट ऑफ गुड्स, इधर की लिया मार्जिन यूटिलिटी, ओके। हुण मार्जिन साडी की सीगी, असी जिहड़ी मार्जिन यूटिलिटी दा टेबल सी उहदे हिसाब दे नाल लै सकते हैं। इहदे विच उहने 4 दे डिफरेंस दे नाल इहनू लिया है, इस तरह 4 8 12 16 20 24 28 एंड 32। दूसरी साइड तो यूनिट ऑफ गुड लिया है, मीनस 8 तक सी यूनिट, 0 1 2 3 4 5 6 7 8 यूनिट तक उन्हें यूनिट्स ले ले, ठीक है। हुण है मार्जिन यूटिलिटी, हुण सारी नैगेटिव भी होनी है ना, नीचे जीरो तो नीचे जी इस साइड पर आएगा वो नैगेटिव वालियां होणगियां -4 -8 इस तरह 4 के डिफरेंस नाल असीं लै सकते हैं। सब तो पहले की सी साडे कोल, सब तो पहले जो पहला यूनिट कंज्यूम किया, जो फर्स्ट यूनिट कंज्यूम किया है उदों साडी जिहड़ी टोटल यूटिलिटी सी मार्जिन यूटिलिटी सी वो सीगी 10। यह पॉइंट जिहड़ा ए पॉइंट है यह रिप्रजेंट कर रहा है कि इत्थे साडी मार्जिन यूटिलिटी जिहड़ी है 10 है, टोटल मार्जिन यूटिलिटी जिहड़ी है वो 10 है, दैट इज़ कॉल्ड इनिशियल यूटिलिटी पॉइंट। नैक्सट जो ही सैकेंड यूनिट कंज्यूम किया तो साडी मार्जिन यूटिलिटी कितनी हो गई 8। यह पॉइंट जिहड़ा है 8 नू रिप्रजेंट कर रहा है मार्जिन यूटिलिटी के पॉइंट नू। थर्ड यूनिट ते साडी मार्जिन यूटिलिटी सी 6, यह 6 नू रिप्रजेंट कर रहा है। नैक्सट फोर्थ यूनिट ते साडी मार्जिन यूटिलिटी सी 4। फिफ्थ यूनिट ते सीगी है, फिफ्थ यूनिट ते मार्जिन यूटिलिटी कितनी सी सैकेंड 2 तो बाद जो ही सैवंथ जिहड़ा यूनिट लिया है, सिक्स्थ यूनिट लिया है वो हो गई 0, 0 पॉइंट 0 का आ गया,
उस तो बाद डिक्रीज़ करनी शुरू हो गई। 7th यूनिट ते जदों असीं कंज्यूम किया यह हो गई -2 मीनस नीचे जा रही है -2। फिर 8th यूनिट ते हो गई -4। ठीक है, हुण जिहड़ी ए पॉइंट असीं इत्थे लिया है, ए तो लैके जिहड़ी लाइन क्रॉस करके 6th यूनिट नूं आएगी उहनूं कवांगे मार्जिनल यूटिलिटी कर्व। की कवांगे मार्जिनल यूटिलिटी कर्व, क्योंकि यह की रिप्रजेंट कर रही है मार्जिनल यूटिलिटी नूं। मार्जिनल यूटिलिटी दे हर पॉइंट नूं रिप्रजेंट कर रही है। किस तरह मार्जिनल यूटिलिटी पॉजिटिव सी 0 होई फिर नैगेटिव हो गई। सेम इस तरह ही टोटल यूटिलिटी भी असी इस डायग्राम च नाल ही शो करनी है। टोटल यूटिलिटी का भी पॉइंट सेम ही है, ए तो शुरू हो रही है क्योंकि असी पहला यूनिट कंज्यूम किया, साडी टोटल यूटिलिटी सीगी 10। सही इत्थे ए तो शुरू किया, ए ते पॉइंट है 10। फिर असी सैकेंड यूनिट लिया, हो गई 18। फिर थर्ड ते 24, दैन 28, फिर फिफ्थ ते 30, फिर सिक्स ते 30, 0 मार्जिनल यूटिलिटी हो गई ना इत्थे। उस तो बाद डिक्रीज़ करनी शुरू हो गई। 7th यूनिट ते हैगी है -2, दैन -4 मीनस डिक्रीज़ कर रही है टोटल यूटिलिटी कर्व। क्लीयर? यह जिहड़ी कर्व है यह रिप्रजेंट कर रही है टोटल यूटिलिटी नूं। यह जिहड़ी लाइन है यह रिप्रजेंट कर रही है मार्जिनल यूटिलिटी नूं। ਇਹ ਦੋਨੋਂ ही ਜਿਹੜੀਆਂ कर्व्स ने एक पॉइंट ਤੇ आ के मीट कर रही ने। वो ਕਿਹੜਾ है 6th यूनिट वाला पॉइंट, जिथे साडी टोटल यूटिलिटी ते मार्जिनल यूटिलिटी रिमेनिंग द सेम। मार्जिनल यूटिलिटी 0 हो रही है, टोटल यूटिलिटी कॉन्स्टेंट रह रही है। ठीक है, टोटल यूटिलिटी जिहड़ी है डिमिनिश करती है तो मार्जिनल यूटिलिटी जिहड़ी हैगी है वो नैगेटिव हो जाती है। सो दिस पॉइंट इज़ कॉल्ड मार्जिनल यूटिलिटी इज़ इक्वल टू 0। इनिशियल पॉइंट हैगा है ए ते, दैन जिहड़ा कॉन्सटेंट हैगी है साडी वो कित्थे 0 हैगी कित्थे 6th पॉइंट ते पॉइंट ऑफ मैक्सिमम सैटिस्फैक्शन इत्थे मिल रही है। और तो बाद जिहड़ी सैटिस्फैक्शन है डिक्रीज़ करनी शुरू हो जाएगी। आई होप थानू यह क्लीयर हो गया होएगा डायग्राम तो इनू दोबारा तो रिवाइज करो अच्छी तरह नाल ते बार बार इहदी प्रैक्टिस करो। डायग्राम्स अगर तुहाडे अच्छी तरह बनाए गए हैं तो उहदे नाल तुहाडा डेफिनेशन नू ज़्यादा इंपॉर्टेंस मिलती हैगी है। डायग्राम इकनॉमिक्स दे विच बहुत इंपॉर्टेंट रोल प्ले करते हैं। अगर तुहाडी डायग्राम सही है तो तुहाडे मार्क्स जिहड़े ने वो पूरे आते हैं। जिन्होंने डायग्राम बनानी आती है वो एक्सप्लेनेशन अपने आप दे सकता है, क्योंकि वो हर चीज़ डायग्राम ने क्लीयर कर देनी है। ठीक है, सो इनू करो चंगी तरह तो कोई थानू प्रॉब्लम नहीं आएगी। हर एक चीज़ नू अच्छी तरह रिवाइज करो तो यह टॉपिक थानू क्लीयर हो जाएगा। ओके दैन, थैंक यू, हैव अ नाइस डे।